वाहिगुरु जी का खालसा वाहिगुरु जी की फतेह। लेख भगत सैन जी की जगह राजे की सेवा किहड़े रब ने कीती। लेखक ज्ञानी सुखविंदर सिंह ददेहर। आवाज भाई गुरजीत सिंह। भगत सैन जी की जगह राजे की सेवा किहड़े रब ने कीती। सुन प्रताप कबीर दा दूजा सिख हुआ सैन नाई। प्रेम भगत राती करै भलके राज द्वारै जाई। आए संत पराहुणे कीर्तन हुआ रैन सुबाई। छड़ न सकै संत जन राज द्वार न सेव कमाई। सैन रूप हर जाए कै आया राणे नूं रिझाई। साध जना नूं विदा कर राज द्वार गया शरमाई। राणे दूरों सद कै गलों कवाए खोल पहनाई। वस कीता हों तुद अज बोले राजा सुनै लुकाई। प्रगट करे भगत वडियाई। 10वीं बार 16वीं पौड़ी। सिੱਖੀ विचार ਦੀ ਕਸਵੱਟੀ गुरु ग्रंथ साहब जी ਵਿਚਲੇ ਸਿਧਾਂਤਾਂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਦਾਹਰਨਾਂ ਵੀ ਹਨ, ਮਿਥਿਹਾਸ ਦਾ ਜ਼ਿਕਰ ਵੀ ਹੈ। ਇਹ ਵੀ ਕਸਵੱਟੀ ਨਹੀਂ ਹੋ ਸਕਦੀ। ਸਿਰਫ ਤੇ ਸਿਰਫ ਸਿਧਾਂਤ ਹੀ ਕਸਵੱਟੀ ਬਣ ਸਕਦੇ ਹਨ, ਕਿਉਂਕਿ ਮਿਥਿਹਾਸ ਦਾ ਜ਼ਿਕਰ ਲੋਕਾਂ ਵਿੱਚ ਪ੍ਰਚਲਿਤ ਗੱਲ ਦਾ ਹਵਾਲਾ ਦੇ ਕੇ ਸਿਰਫ ਇਹ ਸਮਝਾਉਣਾ ਸੀ ਕਿ ਕਹਾਣੀਆਂ ਪਾਉਣ ਵਾਲਿਓ ਕਹਾਣੀਆਂ ਹੀ ਪਾਉਂਦੇ ਰਹੋਗੇ ਜਾਂ ਤੁਸੀਂ ਵੀ ਕੁਝ ਕਰੋਗੇ। ਅਜਾਮਲ ਨੇ ਨਾਮ ਜਪਿਆ, ਹਾਥੀ ਨੇ ਜਪਿਆ, ਗਣਕਾ ਨੇ ਜਪਿਆ, ਕੁਬਜਾ ਨੇ ਜਪਿਆ, ਉਹ ਤਰ ਗਏ। ਗੁਰਬਾਣੀ ਕਹਿੰਦੀ ਫਿਰ ਤੁਸੀਂ ਕਿਉਂ ਨਹੀਂ ਜਪਦੇ। ਇਹਨਾਂ ਤੋਂ ਇਲਾਵਾ ਪਸ਼ੂ, ਪੰਛੀਆਂ, ਦਰਖਤਾਂ, ਪੱਥਰਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ, ਪਰ ਕਸਵੱਟੀ ਇਹ ਉਦਾਹਰਨਾਂ ਨਹੀਂ ਹੋ ਸਕਦੀਆਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਹੀ ਲਿਆ ਜਾਂਦਾ ਹੈ। ਦੂਜਾ ਪੱਖ ਲਿਆ ਉਦਾਹਰਨ ਦੇ ਪੱਲੇ ਬਚਦਾ ਹੀ ਕੁਝ ਨਹੀਂ, ਜਦੋਂ ਕਿ ਇਸ ਦੇ ਮੁਕਾਬਲੇ ਗੁਰਮਤਿ ਸਿਧਾਂਤ ਹਰ ਪੱਖ ਤੋਂ ਵਿਚਾਰੇ ਜਾ ਸਕਦੇ ਹਨ ਤੇ ਹਰ ਵੇਲੇ ਸੱਚੇ ਹਨ ਅਤੇ ਬਦਲਦੇ ਵੀ ਨਹੀਂ। ਭਗਤ ਸਾਹਿਬਾਨਾਂ ਦੇ ਜੀਵਨ ਸਾਡੇ ਬਾਕੀ ਦੇ ਇਤਿਹਾਸ ਵਾਂਗੂ ਬ੍ਰਾਹਮਣ ਨੇ ਗੰਧਲੇ ਕਰ ਛੱਡੇ ਹਨ। ਜੇ ਇੱਕ ਅਕਾਲ, ਨਿਰਭਉ, ਨਿਰਵੈਰ, ਅਜੂਨੀ ਦੇ ਭਗਤ ਪੁਜਾਰੀ ਸਨ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਸਿੱਧ ਹੁੰਦਾ ਹੈ। ਬਾਕੀ ਤਾਂ ਇਤਿਹਾਸ ਹੋਰ ਦਾ ਹੋਰ ਬਣਾ ਕੇ ਸਗੋਂ ਮੂਰਤੀ ਦੀ ਵਿਰੋਧਤਾ ਕਰਨ ਵਾਲੇ ਇਹਨਾਂ ਇਨਕਲਾਬੀ ਮਹਾਂਪੁਰਖਾਂ ਦੀਆਂ ਹੀ ਮੂਰਤੀਆਂ ਬਣਾ ਪੂਜਾ ਸ਼ੁਰੂ ਕਰਵਾ ਦਿੱਤੀ ਗਈ ਹੈ। ਅਸੀਂ ਗੁਰਬਾਣੀ ਨੂੰ ਗੁਰੂ ਮੰਨਣ ਵਾਲਿਆਂ ਨੇ ਵੀ ਬਿਨਾਂ ਸੋਚੇ ਸਮਝੇ ਲਾਈ ਲੱਗਾ ਦੀ ਤਰ੍ਹਾਂ ਇਹੋ ਹੀ ਕਹਿ ਛੱਡਿਆ ਕਿ ਇਹ ਪ੍ਰਚਲਿਤ ਕਹਾਣੀਆਂ ਨੂੰ ਜਿਉਂ ਦਾ ਤਿਉਂ ਹੀ ਸੰਭਾਲਿਆ ਹੈ, ਪਰ ਇਹ ਕਦੀ ਸੋਚਿਆ ਹੀ ਨਹੀਂ ਕਿ ਕਰਾਮਾਤ ਦੇ ਵਿਸ਼ਵਾਸ ਨੂੰ ਗੁਰੂ ਘਰ ਨੇ ਨਹੀਂ ਪ੍ਰਵਾਨ ਕੀਤਾ, ਕਿਉਂਕਿ ਇਹਨਾਂ ਦੀ ਹੋਂਦ ਹੀ ਨਹੀਂ ਹੈ। ਫਿਰ ਜਦੋਂ ਕਰਾਮਾਤ ਦੀ ਹੋਂਦ ਹੀ ਨਹੀਂ ਤਾਂ ਅਸੀਂ ਕੋਈ ਕੰਮ ਇਸ ਨਾਲ ਹੋਇਆ ਸੀ ਕਿਵੇਂ ਸਿੱਧ ਕਰ ਸਕਦੇ ਹਾਂ। ਵਿਚਾਰ ਅਧੀਨ ਇਸ ਭਾਈ ਗੁਰਦਾਸ ਜੀ ਦੀ ਪੌੜੀ ਨੂੰ ਪੜ੍ਹਦਿਆਂ ਦੋ ਗੱਲਾਂ ਬਿਨਾਂ ਵਿਚਾਰਿਆਂ ਗਲਤ ਪਾਸੇ ਘਸੀਟ ਲਈਆਂ ਤੇ ਬਾਕੀ ਇਨਕਲਾਬੀ ਤੱਤ ਨੂੰ ਅਣਗੌਲਿਆਂ ਹੀ ਰਹਿਣ ਦਿੱਤਾ। ਪਰ ਜੇ ਅਸੀਂ ਦੋ ਤੁਕਾਂ ਦੇ ਅਰਥ ਕਰਨ ਲੱਗਿਆਂ ਗੁਰੂ ਦੇ ਸਿਧਾਂਤਾਂ ਦਾ ਪੱਲਾ ਨਾ ਛੱਡਦੇ ਤਾਂ ਇਸ ਦੇ ਅਰਥ ਇਨਕਲਾਬ ਵਾਲੇ ਪਾਸੇ ਤੁਰ ਪੈਣੇ ਸੀ, ਕਿਉਂਕਿ ਜ਼ਿੰਮੇਵਾਰੀ ਲੈ ਕੇ ਨਾ ਨਿਭਾਉਣਾ ਵੀ ਵੱਡਾ ਅਧਰਮ ਹੈ, ਪਾਪ ਹੈ। ਭਗਤੀ ਕਰਨ ਦਾ ਇਹ ਮਤਲਬ ਕਦੀ ਵੀ ਨਹੀਂ ਨਿਕਲਦਾ ਪਈ ਭਗਤ ਦੇ ਬਦਲੇ ਰੱਬ ਨੂੰ ਹੀ ਬਿਪਤਾ ਪੈ ਜਾਏ। ਸਾਰੀ ਸ੍ਰਿਸ਼ਟੀ ਦਾ ਕਾਰਜ ਭਾਰ ਛੱਡ ਕੇ ਇੱਕ ਹੀ ਕੰਮ ਦੇ ਮਗਰ ਲੱਗ ਜਾਏ। ਗੁਰਬਾਣੀ ਵਿੱਚ ਕਹੀਆਂ ਗਈਆਂ ਅਨੇਕਾਂ ਇਹ ਗੱਲਾਂ ਕਿ ਰੱਬ ਨੇ ਭਗਤਾਂ ਦਾ ਇਹ ਕਾਰਜ ਆਪ ਸਵਾਰ ਦਿੱਤਾ। ਇਸ ਦਾ ਮਤਲਬ ਇਹ ਵੀ ਫਿਰ ਨਿਕਲਦਾ ਹੈ ਕਿ ਕੋਈ ਇਹ ਵੀ ਕਹੇਗਾ ਕਿ ਮੇਰਾ ਕੰਮ ਰੱਬ ਨੇ ਆਪ ਵਿਗਾੜ ਦਿੱਤਾ। ਨਹੀਂ, ਰੱਬ ਨਿਰਵੈਰ ਹੈ, ਬੁਰਾ ਕਿਸੇ ਦਾ ਵੀ ਨਹੀਂ ਕਰਦਾ, ਪਰ ਸਵਾਰਦਾ ਵੀ ਕੋਈ ਸਰੀਰ ਧਾਰ ਕੇ ਨਹੀਂ। ਸਗੋਂ ਭਗਤੀ ਕਰਨ ਵਾਲਿਆਂ ਵਿੱਚ ਕ੍ਰਾਂਤੀਕਾਰੀ ਇਨਕਲਾਬੀ ਤੱਤ ਭਾਰੂ ਹੀ ਇੰਨੇ ਹੋ ਜਾਂਦੇ ਹਨ ਕਿ ਉਹ ਹਰ ਕੰਮ ਜਿਸ ਨੂੰ ਵੀ ਹੱਥ ਪਾਉਣ ਸਿਰ ਧਰ ਦੀ ਬਾਜ਼ੀ ਲਾ ਕੇ ਵੀ ਸਿਰੇ ਲਾ ਦਿੰਦੇ ਹਨ। ਫਿਰ ਨਿਮਰਤਾ ਨਾਲ ਆਖਦੇ ਹਨ ਸਾਡੇ ਸਰੀਰ ਦੀ ਤਾਂ ਕੋਈ ਪਾਇਆ ਹੀ ਨਹੀਂ, ਇਹ ਤਾਂ ਉਸ ਨੇ ਕਰਵਾ ਦਿੱਤਾ, ਕਿਉਂਕਿ ਇਹ ਕੰਮ ਕਰਨ ਵਾਲੇ ਗੁਣ ਮਿਲੇ ਹੀ ਸਾਰੇ ਉਸੇ ਵਿੱਚੋਂ ਹਨ। ਇਹ ਵੇਲਣ ਮਖਟੂਆਂ ਦੀਆਂ ਕਾਢਾਂ ਹਨ ਕਿ ਭਗਤੀ ਕਰੀ ਜਾਓ, ਕੰਮ ਰੱਬ ਆਪੇ ਸਵਾਰ ਦੇਵੇਗਾ, ਹੋਰ ਕੁਝ ਕਰਨ ਦੀ ਲੋੜ ਨਹੀਂ। ਇਸ ਥੋਥੀ ਦਲੀਲ ਦੇ ਪਿੱਛੇ ਧਰਮ ਦੇ ਇਨਕਲਾਬੀ ਤੱਤ ਖਤਮ ਕਰਕੇ ਲੋਕਾਂ ਨੂੰ ਗੁਲਾਮੀ ਦੇ ਰਾਹ ਪਾਉਣਾ ਹੈ। ਰੱਬੀ ਗੁਣ ਧਾਰਨ ਕਰਨੇ ਹੀ
ਮਨੁੱਖ ਦੇ ਜੀਵਨ ਦੀ ਅਸਲ ਕਰਾਮਾਤ ਹੈ। ਜੇ ਭਗਤੀ ਕਰਨ ਨਾਲ ਰੱਬ ਆਪਣੇ ਆਪ ਕਾਰਜ ਸਵਾਰਦਾ ਹੈ ਤਾਂ ਗੁਰੂ ਨਾਨਕ ਜੀ ਨੂੰ ਘਰੋਂ ਨਿਕਲਣ ਦੀ ਲੋੜ ਹੀ ਨਹੀਂ ਸੀ। ਸੱਜਣ ਠੱਗ, ਕੌਡਾ, ਭੂਮੀਆਂ, ਨੂਰ ਸ਼ਾਹ, ਬਾਬਰ, ਮਲਕ ਭਾਗੋ ਨੇ ਘਰ ਬੈਠਿਆਂ ਹੀ ਠੀਕ ਹੋ ਜਾਣਾ ਸੀ। ਕੀ ਲੋੜ ਸੀ ਵਿਖੜੇ ਪੈਂਡੇ ਜਾਣ ਦੀ? ਤੱਤੀ ਤਵੀ, ਉਬਲਦੀ ਦੇਗ ਦਾ ਕਸ਼ਟ ਨਾ ਹੀ ਚੱਲਣਾ ਪੈਂਦਾ। ਚਾਂਦਨੀ ਚੌਂਕ ਵਾਲਾ ਦਰਦਨਾਕ ਸਾਕਾ, ਦਸ਼ਮੇਸ਼ ਜੀ ਦੇ ਪਰਿਵਾਰ ਅਤੇ ਹੋਰ ਬੇਅੰਤ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦੀਆਂ ਤੱਕ ਹੀ ਨੌਬਤ ਹੀ ਨਾ ਪਾਉਂਦੀ। ਇਹ ਤਸ਼ੱਦਦ ਢਾਉਣ ਵਾਲੇ ਰੱਬ ਨੇ ਠੀਕ ਨਾ ਕੀਤੇ, ਨਾ ਹੀ ਬੁਰੇ ਕੰਮ ਕਰਨ ਤੋਂ ਪਹਿਲਾਂ ਮਾਰੇ, ਨਾ ਅੰਨੇ ਕੀਤੇ। ਕੀ ਇੱਥੇ ਭਗਤੀ ਵਿੱਚ ਕੋਈ ਕਮੀ ਸੀ? ਇਹ ਦਲੀਲ ਵੀ ਬੜੀ ਹਾਸੋਹੀਣੀ ਬਣੇਗੀ ਜੇ ਇਹ ਕਹੀਏ ਕਿ ਗੁਰੂ ਸਾਹਿਬ ਆਪ ਹੀ ਵਰਤਾਰਾ ਲੋਕਾਂ ਸਾਹਮਣੇ ਪੇਸ਼ ਕਰਨਾ ਲੋਚਦੇ ਸੀ ਤਾਂ ਕਿ ਭਗਤੀ ਦੀ ਤਾਕਤ ਪੇਸ਼ ਕੀਤੀ ਜਾ ਸਕੇ। ਇਸ ਦਾ ਮਤਲਬ ਇਹ ਹੋਇਆ ਜਾਂ ਤੇ ਭਗਤੀ ਕਰਕੇ ਰੱਬ ਨੂੰ ਗੁਲਾਮ ਬਣਾ ਕੇ ਉਸ ਤੋਂ ਕੰਮ ਕਰਾਓ, ਤੇ ਜਾਂ ਭਗਤੀ ਕਰਕੇ ਦੁੱਖ ਸਹੇੜੋ ਤੇ ਫਿਰ ਦੋਸ਼ ਦੂਜੇ ਤੇ ਲਾ ਦਿਓ ਕਿ ਇਹਨਾਂ ਨੇ ਤਸ਼ੱਦਦ ਕੀਤਾ ਹੈ, ਸਜ਼ਾ ਦਿਓ। ਫਿਰ ਤਾਂ ਸਾਡਾ ਇਤਿਹਾਸ ਹਾਸੋਹੀਣਾ ਨਹੀਂ ਹੋ ਜਾਏਗਾ। ਇਤਿਹਾਸ ਜਾਂ ਰੱਬ ਜੀ ਦੀ ਭਗਤੀ ਦਾ ਮਤਲਬ ਹੈ ਆਪਣੇ ਵਿੱਚ ਚੰਗੇ ਗੁਣ ਪੈਦਾ ਕਰਕੇ ਸਮਾਜ ਦੀ ਭਲਾਈ ਦਾ ਯਤਨ ਕਰਨਾ। ਕੀਰਤਨ ਕਥਾ ਪਾਠ ਦਾ ਵੀ ਇਹ ਮਤਲਬ ਨਹੀਂ ਕਿ ਅੰਦਰ ਬੈਠ ਤੁਸੀਂ ਭਗਤੀ ਕਰਦੇ ਰਹੋ ਕਿ ਬਾਹਰ ਸਭ ਤਬਾਹ ਹੋ ਜਾਏ। ਪਾਠ, ਕਥਾ, ਕੀਰਤਨ ਦਾ ਮਤਲਬ ਹੈ ਸੁੱਤੇ ਹੋਏ ਜਗਾਉਣੇ, ਬੁਰਾਈਆਂ ਦੇ ਖਿਲਾਫ ਡਟਣਾ। ਕੋਈ ਟਾਈਮ ਪਾਸ, ਕੰਨ ਰਸ ਜਾਂ ਪਾਖੰਡ ਨਹੀਂ ਹੈ। ਇਸ ਵਿਚਾਰ ਅਧੀਨ ਪੌੜੀ ਵਿੱਚ ਵੀ ਵੇਖੋ, ਕਬੀਰ ਜੀ ਦੇ ਜੀਵਨ ਤੋਂ ਸੈਨ ਜੀ ਪ੍ਰਭਾਵਿਤ ਹੋਏ। ਇਹ ਅੱਜ ਦੇ ਸਾਧਾਂ ਵਾਲਾ ਫੋਕਾ ਹੀ ਧੂਏ ਦੇ ਪਹਾੜ ਵਰਗਾ ਜੀਵਨ ਨਹੀਂ ਸੀ ਜੋ ਸਮਾਜ ਵਿੱਚ ਵਿਹਲੜਪੁਣੇ ਦਾ ਕੈਂਸਰ ਫੈਲਾ ਰਹੇ ਹਨ। ਕਬੀਰ ਜੀ ਦੀ ਬਾਣੀ ਪੜ੍ਹਿਆਂ ਪਤਾ ਲੱਗਦਾ ਹੈ ਜੀਵਨ ਕਿਸ ਨੂੰ ਕਹਿੰਦੇ ਹਨ। ਇਹੋ ਕਾਰਨ ਸੀ ਗੁਰੂ ਨਾਨਕ ਜੀ ਨੂੰ ਇਹ ਲੋਕ ਚੰਗੇ ਲੱਗੇ ਕਿਉਂਕਿ ਇਹ ਬੁਰਾਈਆਂ ਖਿਲਾਫ ਜੂਝ ਰਹੇ ਸਨ ਤੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਕਿਸੇ ਕੰਮ ਤੋਂ ਭਗੌੜੇ ਨਹੀਂ ਸਨ, ਸਗੋਂ ਭਗੌੜਿਆਂ ਦੇ ਖਿਲਾਫ ਸਨ। ਸਚਾਈ ਨੂੰ ਪੱਲੇ ਬੰਨਣ ਦਾ ਮਤਲਬ ਹੀ ਇਹ ਹੈ ਕਿ ਰੱਬੀ ਗੁਣਾਂ ਦੀ ਰੌਸ਼ਨੀ ਵਿੱਚ ਬੁਰਾਈਆਂ ਖਿਲਾਫ ਡਟ ਕੇ ਖਲੋਣਾ ਤੇ ਆਮ ਜਨਤਾ ਨੂੰ ਜਾਗਰੂਕ ਕਰਨਾ। ਤਾਂ ਹੀ ਤਾਂ ਗੁਰੂ ਨਾਨਕ ਦੇ ਰਾਹ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਤੇ ਅਪਣਾਏ ਜਾ ਰਹੇ ਹਨ। ਨਹੀਂ ਤਾਂ ਅੰਦਰ ਬਹਿ ਕੇ ਅਖੌਤੀ ਨਾਮ ਜਪਣ ਨਾਲ ਕਿਸੇ ਨੂੰ ਕੀ ਦੁੱਖ ਹੈ? ਬਥੇਰੇ ਸਾਧ ਜਪ ਹੀ ਰਹੇ ਸਨ, ਕਿਸੇ ਨੂੰ ਕਿਸੇ ਹਕੂਮਤ ਨੇ ਹੱਥ ਤੱਕ ਨਹੀਂ ਲਾਇਆ। ਨਾਮ ਅੱਜ ਵੀ ਬਹੁਤ ਜਪਿਆ ਜਾ ਰਿਹਾ ਹੈ ਪਰ ਅੰਦਰ ਵੜ ਕੇ, ਜਿਸ ਨਾਲ ਇਹ ਨਾਮੀ ਕਿਸੇ ਅੱਗੇ ਬੁਰੇ ਨਾਮ ਬਣ ਕੇ ਸਗੋਂ ਸਰਕਾਰੇ ਦਰਬਾਰੇ ਮਾਨ ਸਨਮਾਨ ਪਾਉਂਦੇ ਹਨ। ਇਸ ਨੂੰ ਗੁਰਮਤਿ ਨੇ ਨਾਮ ਜਪਣਾ ਨਹੀਂ ਆਖਿਆ। ਇਹ ਤਾਂ ਪੜ੍ਹਾਈ ਹੀ ਹੋਰ ਹੈ ਜੋ ਦੂਜਿਆਂ ਨੂੰ ਲੈ ਡੁੱਬਣ ਦੇ ਕੰਮ ਆਉਂਦੀ ਹੈ। ਮਹਿਲਾ ਪਹਿਲਾ। ਹਰਣਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਹਾਇਨ, ਅੱਗੇ ਨਾਹੀਂ ਥਾਉ। ਸੋ ਪੜਿਆ ਸੋ ਪੰਡਤ ਬੀਨਾ, ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਵੇ ਛਾਉ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਉ, ਰਤ ਪਿੱਤ ਕੁੱਤਿਆਂ ਚਟ ਜਾਉ। ਜਿੱਥੈ ਜੀਆਂ ਹੋਸੀ ਸਾਰ, ਨੱਕੀ ਵੱਢੀ ਲਾਜ ਤਬਾਰ। ਵਧੇਰੇ ਜਾਣਕਾਰੀ ਲਈ ਇਸ ਸ਼ਲੋਕ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਇੱਥੇ ਨਾਲ ਦਿੱਤੇ ਜਾ ਰਹੇ ਹਨ। ਪਦ ਅਰਥ ਤੈ ਅਤੇ ਸਿਕਦਾਰ, ਅਹਿਲਕਾਰ। ਇਹਨਾਂ ਪੜਿਆ ਨਾਉ, ਇਹਨਾਂ ਦਾ ਨਾਮ ਹੈ ਪੜੇ ਹੋਏ। ਨੋਟ, ਗਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤ ਭਰਾਵਾਂ ਨੂੰ ਲਿਆ ਪਸਾਂਦਾ ਹੈ। ਤਿਵੇਂ ਹੀ ਅਹਿਲਕਾਰ ਆਪਣੇ ਹੀ ਹਮ ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ। ਫਾਂਦੀ ਫਾਹੀ, ਅੱਗੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਉ ਨਾਹੀਂ, ਕਬੂਲ ਨਹੀਂ ਹਨ। ਬੀਨਾ, ਸਿਆਣਾ, ਪਹਿਲੋਂ ਦੇ ਸਭ ਤੋਂ ਪਹਿਲਾਂ। ਮੁਕੱਦਮ, ਮੁਕੱਦਮ ਮੁਸਾਹਿਬ, ਨਹਿੰਦਾ, ਨੌਂਦਰਾ, ਘਾਉ, ਜ਼ਖਮ, ਰਤ ਪਿੱਤ, ਲਹੂ ਤੇ ਪਿੱਤਾ। ਕੁੱਤਿਆਂ, ਮੁਕੱਦਮ, ਕੁੱਤਿਆਂ ਦੇ ਰਾਹੀਂ। ਲਾਇਤਬਾਰ, ਬੇਤਬਾਰੇ, ਸਾਰ, ਪਰਖ ਕਦਰ। ਨੱਕੀ ਵੱਢੀ, ਵੱਡੇ ਨੱਕਾਂ ਨਾਲ ਨੱਕ ਵੱਡੇ। ਅਰਥ ਹਰਨ, ਬਾਜ਼ ਤੇ ਅਹਿਲਕਾਰ। ਇਹਨਾਂ ਦਾ ਨਾਮ ਲੋਕ ਪੜ੍ਹੇ ਹੋਏ ਰੱਖਦੇ ਹਨ ਪਰ ਇਹ ਵਿਦਿਆ ਕਾਹਦੀ ਹੈ? ਇਹ ਤਾਂ ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤ ਭਰਾਵਾਂ ਨੂੰ ਪਸਾਂਦੇ ਹਨ। ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਜਿਸ ਨੇ ਨਾਮ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ, ਪੰਡਤ ਹੈ ਤੇ ਸਿਆਣਾ ਹੈ, ਕਿਉਂਕਿ ਰੁੱਖ ਦੀ ਜੜ ਸਭ ਤੋਂ ਪਹਿਲਾਂ ਜ਼ਮੀਨ ਦੇ ਅੰਦਰ ਜੰਮਦੀ ਹੈ, ਤਾਂ ਹੀ ਰੁੱਖ ਉੱਗ ਕੇ ਬਾਹਰ ਛਾਂ ਬਣਦੀ ਹੈ। ਸੋ ਸੁਖਦਾਤੀ ਵਿਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ਨਾਮ ਬੀਜੇ।
ਨਾਮ ਤੋਂ ਸਖਣੀ ਵਿਦਿਆ ਦਾ ਹਾਲ ਤੱਕੋ। ਰਾਜੇ ਮਾਨੋ ਸ਼ੇਰ ਹਨ, ਉਹਨਾਂ ਦੇ ਪੜ੍ਹੇ ਹੋਏ ਅਹਿਲਕਾਰ ਮਾਨੋ ਕੁੱਤੇ ਹਨ। ਬੈਠੇ ਸੁੱਤੇ ਬੰਦਿਆਂ ਨੂੰ ਭਾਵ ਵੇਲੇ ਕੁਵੇਲੇ ਜਾਂ ਜਾ ਜਗਾਉਂਦੇ ਹਨ, ਭਾਵ ਤੰਗ ਕਰਦੇ ਹਨ। ਇਹ ਅਹਿਲਕਾਰ ਮਾਨੋ ਸ਼ੇਰਾਂ ਦੀਆਂ ਨੌਂਦਰਾਂ ਹਨ ਜੋ ਲੋਕਾਂ ਦਾ ਘਾਤ ਕਰਦੀਆਂ ਹਨ। ਰਾਜੇ ਸ਼ੀ ਇਹਨਾਂ ਮੁਕੱਦਮ ਕੁੱਤਿਆਂ ਦੇ ਰਾਹੀਂ ਲੋਕਾਂ ਦਾ ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ ਕਰਨੀ ਦੀ ਪਰਖ ਹੁੰਦੀ ਹੈ ਉੱਥੇ ਅਜਿਹੇ ਪੜ੍ਹੇ ਹੋਏ ਬੰਦੇ ਬੇਤਵਾਰੇ ਨੱਕ ਵੱਡੇ ਸਮਝੇ ਜਾਂਦੇ ਹਨ। ਸੋ ਗੁਰਮਤ ਇਸ ਨੂੰ ਨਾਮ ਜਪਣਾ ਨਹੀਂ ਮੰਨਦੀ। ਆਪ ਸਨਮਾਨ ਹਾਸਲ ਕਰਨਾ ਤੇ ਆਪਣੇ ਭਰਾਵਾਂ ਨੂੰ ਗੁਲਾਮੀ ਵੱਲ ਧਕੇਲ ਦੇਣਾ ਗੁਰਮਤ ਦਾ ਨਾਮ ਜਪਣਾ ਤੇ ਹੈ। ਆਪ ਗੁਣ ਭਰਪੂਰ ਜ਼ਿੰਦਗੀ ਜਿਉਣੀ ਤੇ ਭਰਮ ਮਨਮਤ ਪਖੰਡ ਵਿੱਚ ਫਸੇ ਆਪਣੇ ਆਲੇ ਦੁਆਲੇ ਨੂੰ ਮੁਕਤ ਕਰਨਾ, ਭਾਵ ਗੁਲਾਮੀ ਗਲੋਂ ਲਾਉਣ ਲਈ ਲਾਮਬੰਦੀ ਕਰਨੀ। ਉਪਰੋਕਤ ਸ਼ਲੋਕ ਦੱਸਦਾ ਹੈ ਕਿ ਨਾਮ ਜਪਣ ਦਾ ਮਤਲਬ ਬੁਰਾਈ ਨਾਲ ਸਹਿਮਤੀ ਨਹੀਂ, ਸਗੋਂ ਪੂਰੀ ਦਲੇਰੀ ਨਾਲ ਜ਼ਾਲਮਾਂ ਨੂੰ ਫਿਟਕਾਰ ਪਾਈ ਹੈ। ਹੋਰਨਾਂ ਉੱਤੇ ਜ਼ੁਲਮ ਕਰਵਾਉਣ ਵਾਲੇ ਨਾਮੀਆਂ ਨੂੰ ਵੀ ਨਕਾਰ ਦਿੱਤਾ ਹੈ। ਤੋ ਯਕੀਨਨ ਕਬੀਰ ਜੀ ਇਹੋ ਜਿਹਾ ਹੀ ਨਾਮ ਜਪਦੇ ਸਨ ਜੋ ਉਹਨਾਂ ਦੀ ਬਾਣੀ ਤੋਂ ਸਾਫ਼ ਜ਼ਾਹਿਰ ਹੈ। ਇਸ ਤੋਂ ਉਲਟ ਹੋਰ ਕੋਈ ਨਾਮ ਹੋ ਹੀ ਨਹੀਂ ਸਕਦਾ। ਫਿਰ ਸੈਣ ਜੀ ਇਹੋ ਜਿਹੀ ਜਾਗਰੂਕਤਾ ਲਿਆ ਦੇਣ ਵਾਲਾ, ਹਰ ਤਰ੍ਹਾਂ ਦੀ ਗੁਲਾਮੀ ਗਲੋਂ ਲਾਹ ਦੇਣ ਵਾਲਾ ਨਾਮ ਜਪਦਿਆਂ ਤੇ ਜਪਾਉਂਦਿਆਂ ਜਦੋਂ ਕਬੀਰ ਜੀ ਨੂੰ ਵੇਖਿਆ ਤਾਂ ਸੱਚਮੁੱਚ ਪ੍ਰਭਾਵਿਤ ਹੋ ਕੇ ਕਬੀਰ ਜੀ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੋਢੇ ਨਾਲ ਮੋਢਾ ਜੋੜ ਖਲੋਣ ਦਾ ਪ੍ਰਣ ਲੈ ਲਿਆ। ਅੱਜ ਦੇ ਸਿੱਖ ਅਖੌਤੀ ਨਾਮ ਜਪਣ ਲੱਗ ਪਏ ਤੇ ਹਾਲਤ ਇਹ ਬਣ ਖੜੀ ਹੈ ਕਿ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਤਾਂ ਇੱਕ ਪਾਸੇ, ਅਰਥ ਵੀ ਕਰਦੇ ਹੋਏ ਤ੍ਰਭਕਦੇ ਹਨ। ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਦਿਲ ਨਹੀਂ ਦਿਖਾਉਣਾ। ਲਪੇਟ ਲਪੇਟ ਕੇ ਅਰਥ ਕਰਨਗੇ। ਮਿਥਿਹਾਸ ਦੀਆਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਪਾ ਪਾ ਕੇ ਪ੍ਰਹਿਲਾਦ, ਧਰੂ, ਗਨਕਾ, ਅਜਾਮਲ ਹਾਥੀ ਨਾਮ ਜਪਦੇ ਸੀ। ਸਾਧ ਸੰਗਤ ਤੁਸੀਂ ਵੀ ਜਪੋ। ਭਾਈ ਤਾਰੂ ਸਿੰਘ, ਮਨੀ ਸਿੰਘ, ਤਾਰਾ ਸਿੰਘ ਵਾਂ, ਸੁਬੇਗ ਸਿੰਘ, ਸ਼ਹਬਾਜ਼ ਸਿੰਘ ਵਾਲਾ ਨਾਮ ਜਪਣਾ ਨਹੀਂ ਸੁਣਾਉਣਗੇ। ਅਸਲ ਵਿੱਚ ਇਹੀ ਸੀ ਨਾਮ ਜਪਣਾ। ਗੁਰਬਾਣੀ ਦੇ ਅਸੂਲਾਂ ਤੇ ਪਹਿਰਾ ਦਿੰਦਿਆਂ ਪੈਰ ਪਿੱਛੇ ਨਾ ਹਟਾਉਣਾ, ਸਿਰ ਧੜ ਦੀ ਬਾਜੀ ਲਾ ਦੇਣੀ, ਪਰ ਜ਼ਾਲਮ ਦਾ, ਬੁਰਾਈ ਦਾ ਸਾਥ ਨਾ ਦੇਣਾ। ਸ਼ੂਦਰਾਂ ਤੇ ਹੋ ਰਹੇ ਜ਼ੁਲਮ, ਪਈ ਹਰ ਪ੍ਰਕਾਰ ਦੀ ਗੁਲਾਮੀ ਦੀ ਜਦੋਂ ਕਬੀਰ ਸਾਹਿਬ ਜੀ ਹੋਰਾਂ ਨਾਲ ਬੈਠ ਕੇ ਸਮਝ ਆਈ ਤਾਂ ਸੈਨ ਇਸ ਗਰੁੱਪ ਵਿੱਚੋਂ ਬਾਹਰ ਕਿਵੇਂ ਰਹਿ ਸਕਦਾ ਸੀ। ਗੁਲਾਮੀਆਂ ਵਿੱਚੋਂ ਸਭ ਤੋਂ ਖਤਰਨਾਕ ਹੈ ਧਾਰਮਿਕ ਗੁਲਾਮੀ। ਇਸ ਆਜ਼ਾਦੀ ਦੇ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਇਆ ਸੈਨ ਜੀ ਨੇ ਵੀ। ਜਿੱਥੇ ਆਜ਼ਾਦੀ ਦੀ ਖਾਤਰ ਮਰਜੀਵੜੇ ਮੈਦਾਨ ਵਿੱਚ ਨਿੱਤਰਦੇ ਹਨ ਉੱਥੇ ਇਹਨਾਂ ਦੀ ਕਦਰ ਜਾਣਨ ਵਾਲੇ ਜਨ ਸਧਾਰਨ ਵੀ ਯਥਾ ਸ਼ਕਤ ਹਿੱਸਾ ਪਾਉਂਦੇ ਹਨ। ਇੱਥੋਂ ਤੱਕ ਕਿ ਮੈਦਾਨੇ ਜੰਗ ਵਿੱਚ ਜੂਝ ਰਹੇ ਆਜ਼ਾਦੀ ਘੁਲਾਟੀਆਂ ਨਾਲੋਂ ਵੀ ਵਧੇਰੇ ਕੁਰਬਾਨੀ ਕਰ ਜਾਂਦੇ ਹਨ। ਆਗੂ ਨੂੰ ਸੁਰੱਖਿਅਤ ਰੱਖਣ ਖਾਤਰ ਵੱਡੇ ਵੱਡੇ ਦੁੱਖਾਂ ਦੇ ਪਹਾੜ ਸਾਹਮਣੇ ਆਪਣੀਆਂ ਛਾਤੀਆਂ ਡਾਹ ਖਲੋਂਦੇ ਹਨ। ਸੋ ਗੁਰਮਤਿ ਸਿਧਾਂਤਾਂ ਅਤੇ ਇਤਿਹਾਸ ਦੀ ਰੋਸ਼ਨੀ ਵਿੱਚ ਇਸ ਪੌੜੀ ਦੇ ਭਾਵ ਅਰਥ ਸਮਝਣ ਦੀ ਆਓ ਕੋਸ਼ਿਸ਼ ਕਰੀਏ। ਨੰਬਰ 1, ਕਬੀਰ ਜੀ ਦਾ ਪ੍ਰਤਾਪ। ਇਨਕਲਾਬੀ ਸਮਾਜਿਕ ਕੰਮ ਸੁਣ ਕੇ ਸੈਣ ਜੀ ਇਸ ਕਾਫਲੇ ਵਿੱਚ ਸ਼ਾਮਲ ਹੋ ਗਏ। ਨੰਬਰ 2, ਭਗਤ ਸੈਣ ਜੀ ਰਾਤ ਦੇ ਵਕਤ ਸਤ ਸੰਗੀਆਂ ਨਾਲ ਡੂੰਘੇ ਜ਼ਿੰਦਗੀ ਦੇ ਫਲਸਫੇ ਸਾਂਝੇ ਕਰਦੇ ਸਨ ਤੇ ਤੜਕੇ ਇਲਾਕੇ ਦੇ ਕਿਸੇ ਰਾਜੇ ਦੇ ਦਰਬਾਰ ਵਿੱਚ ਕੋਈ ਕਿਰਤ ਵੀ ਕਰਨ ਜਾਂਦੇ ਸਨ। ਬਾਂਦ ਵਗੜ ਰੀਵਾ ਦੇ ਰਾਜਾ ਰਾਮ ਦੇ ਦਰਬਾਰ ਦੀ ਸੇਵਾ ਕਰਦਾ ਸੀ। ਮਹਾਨ ਕੋਸ਼ ਪੰਨਾ 229। ਨੰਬਰ 3, ਇੱਕ ਦਿਨ ਆਮ ਰੁਟੀਨ ਤੋਂ ਹਟ ਕੇ ਕੁਝ ਹੋਰ ਗੁਰਮੁਖ ਵੀ ਆ ਗਏ ਅਤੇ ਸਾਰੀ ਰਾਤ ਪ੍ਰਭੂ ਕੀਰਤੀ ਦੇ ਗੁੱਝੇ ਭੇਦ ਸਾਂਝੇ ਹੁੰਦੇ ਰਹੇ। ਨੋਟ, ਕਿਸੇ ਨੇ ਰੈਣ ਸਬਾਈ ਕੀਰਤਨ ਦਰਬਾਰ ਅਤੇ ਹੋਰ ਇਸ ਤਰ੍ਹਾਂ ਦੇ ਵੰਨ ਸੁਵੰਨੇ ਨਾਂ ਘੜ ਕੇ ਆਪਣਾ ਮਾਇਕ ਉੱਲੂ ਸਿੱਧਾ ਕਰਨ ਦਾ ਇੱਕ ਵਧੀਆ ਤਰੀਕਾ ਨਿਰਧਾਰਿਤ ਕੀਤਾ ਹੋਇਆ ਹੈ। ਪਰ ਕੌਮੀ ਮਸਲੇ ਅਤੇ ਇਨਕਲਾਬ ਬਿਨਾਂ ਡੂੰਘੀ ਚਰਚਾ ਦੇ ਸਮਝ ਨਹੀਂ ਆਉਂਦੇ। ਸੋ ਕੀਰਤਨ ਦਾ ਸਿੱਧਾ ਅਰਥ ਸੰਗੀਤ ਨਹੀਂ ਹੈ, ਭਾਵ ਕੀਰਤੀ ਜਸ ਹੀ ਹੈ। ਨੰਬਰ 4, ਗੁਰਮੁਖਾਂ ਦੀ ਵਿਚਾਰ ਚਰਚਾ ਦਾ ਐਸਾ ਆਨੰਦ ਬਣਿਆ ਕਿ ਭਗਤ ਜੀ ਸਵੇਰੇ ਸਵੇਰੇ ਰਾਜਦੁਆਰ ਜਾ ਹੀ ਨਾ ਸਕੇ। ਨੰਬਰ 5, ਜਦੋਂ ਸੈਣ ਜੀ ਸਤਸੰਗੀਆਂ ਨਾਲ ਬੈਠ ਰੱਬੀ ਗੁਣਾਂ ਦੀ ਸਾਂਝ ਕਰਦਿਆਂ ਸਮਾਜਿਕ ਇਨਕਲਾਬ ਬਾਰੇ ਚਰਚਾ ਕਰਦੇ ਹੋਏ ਆਪਣੇ ਰੋਜ਼ਾਨਾ ਦੇ ਕੰਮ ਤੇ ਜਾਣ ਤੋਂ ਅਸਮਰੱਥ ਨਜ਼ਰ ਆਏ ਤਾਂ ਸੈਣ ਜੀ ਦੀ ਸਲਾਹ ਨਾਲ ਉਹਨਾਂ ਦੀ ਥਾਂ ਕਿਸੇ ਰੱਬ ਰੂਪ ਸਤਸੰਗੀ ਨੇ ਇਹ ਸੇਵਾ ਜਾ ਨਿਭਾਈ। ਨੋਟ, ਸੈਣ ਜੀ ਨੇ ਜਿਸ ਸਤਸੰਗੀ ਨੂੰ ਆਪਣੀ ਜਗ੍ਹਾ ਨਿਸ਼ਚਿਤ ਕੀਤਾ ਸੀ ਉਸ ਦੀ ਰਾਜੇ ਦੇ ਦਰਬਾਰ ਵਿੱਚ ਪੁੱਛਗਿੱਛ ਤਾਂ ਜ਼ਰੂਰ ਹੋਣੀ ਹੀ ਸੀ ਕਿ ਭਾਈ ਸੈਣ ਆਪ ਕਿੱਧਰ ਗਿਆ ਹੈ, ਤਾਂ ਯਕੀਨਨ ਸਤਸੰਗੀ ਨੇ ਸਾਰਾ ਬਿਰਤਾਂਤ ਸੁਣਾਇਆ ਹੋਵੇਗਾ
ਕਿ ਉਹ ਜੀ ਇਸ ਨੌਕਰੀ ਦੇ ਨਾਲ-ਨਾਲ ਸਮਾਜ ਭਲਾਈ ਦੇ ਹੋਰ ਕਾਰਜਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਲਈ ਅੱਜ ਕਿਸੇ ਜ਼ਰੂਰੀ ਵਿਚਾਰ ਵਿੱਚ ਹਿੱਸਾ ਲੈਣ ਕਰਕੇ ਉਹ ਆਪ ਨਹੀਂ ਆ ਸਕੇ। ਨੰਬਰ 6, ਗੁਰਮੁਖ ਸਤ ਸੰਗੀਆਂ ਨੂੰ ਵਿਦਾ ਕਰਕੇ ਭਗਤ ਸੈਣ ਜੀ ਰਾਜੇ ਦੇ ਦਰਬਾਰ ਵਿੱਚ ਪਹੁੰਚੇ, ਪਰ ਇਸ ਗੱਲ ਨੂੰ ਮਹਿਸੂਸ ਕਰ ਰਹੇ ਸਨ ਕਿ ਰਾਜੇ ਦਾ ਰਵੱਈਆ ਕਿਵੇਂ ਦਾ ਹੋਏਗਾ। ਨੰਬਰ 7, ਸੈਣ ਜੀ ਆਪਣੇ ਵੱਲੋਂ ਸੋਚ ਰਹੇ ਸਨ ਕਿ ਜੋ ਬਿਰਤਾਂਤ ਸਤਸੰਗੀ ਤੋਂ ਰਾਜੇ ਨੇ ਜਾਣਿਆ ਹੈ, ਸ਼ਾਇਦ ਮੇਰੇ ਇਸ ਕੰਮ ਤੋਂ ਰਾਜਾ ਖੁਸ਼ ਨਹੀਂ ਹੋਏਗਾ। ਪਰ ਸੈਣ ਜੀ ਦੀ ਸ਼ਖਸੀਅਤ ਬਾਰੇ ਸੁਣ ਕੇ ਰਾਜਾ ਪ੍ਰਭਾਵਿਤ ਤੇ ਪ੍ਰਸੰਨ ਹੀ ਇੰਨਾ ਸੀ ਕਿ ਦੂਰੋਂ ਹੀ ਆਵਾਜ਼ ਦੇ ਕੇ ਸੈਣ ਜੀ ਨੂੰ ਕੋਲ ਸੱਦ ਕੇ ਰਾਜੇ ਨੇ ਆਪਣੀ ਕੀਮਤੀ ਪੁਸ਼ਾਕ ਹੀ ਸਨਮਾਨ ਵਜੋਂ ਸੈਣ ਜੀ ਨੂੰ ਦੇ ਦਿੱਤੀ। ਨੰਬਰ 8, ਰਾਜਾ ਆਖਣ ਲੱਗਾ, ਹੇ ਸੈਣ ਜੀ, ਇੰਨਾ ਸੋਹਣਾ ਕੰਮ ਲੋਕਾਂ ਦੇ ਜੀਵਨ ਵਿਕਾਸ ਦਾ ਤੁਸੀਂ ਕਰ ਰਹੇ ਹੋ ਤੇ ਮੈਨੂੰ ਦੱਸਿਆ ਤੱਕ ਨਹੀਂ। ਮੈਨੂੰ ਤਾਂ ਤੁਹਾਡੀ ਸ਼ਖਸੀਅਤ ਨੇ ਕਾਇਲ ਹੀ ਕਰ ਲਿਆ ਹੈ। ਰਾਜ ਦਰਬਾਰ ਦੇ ਜਿਹੜੇ ਹੋਰ ਲੋਕ ਸਮਝਦੇ ਸਨ ਕਿ ਸੈਣ ਦੀ ਗੈਰ ਹਾਜ਼ਰੀ ਦੀਆਂ ਸੈਣ ਨੂੰ ਝਿੜਕਾਂ ਪੈਣਗੀਆਂ, ਜਦੋਂ ਰਾਜੇ ਵੱਲੋਂ ਸਨਮਾਨ ਮਿਲਿਆ ਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੇ ਨਾਲ-ਨਾਲ ਹੋਰ ਵਡਿਆਈ ਦੇ ਬੋਲ ਸੁਣੇ ਤਾਂ ਲੋਕ ਦੰਗ ਰਹਿ ਗਏ। ਨੰਬਰ 9, ਰੱਬ ਜੀ ਦੀ ਇਨਕਲਾਬੀ ਭਗਤੀ ਕਰਦਿਆਂ ਜਿੱਥੇ ਭਗਤ ਜਨ ਵਡਿਆਈ ਪਾਉਂਦੇ ਹਨ, ਉੱਥੇ ਆਮ ਜਨ ਸਧਾਰਨ ਨੂੰ ਵੀ ਰੱਬੀ ਭਗਤੀ ਦੀ ਅਸਲੀਅਤ ਸਮਝ ਆ ਜਾਂਦੀ ਹੈ ਕਿ ਅਸਲ ਵਿੱਚ ਰੱਬ ਦੀ ਭਗਤੀ ਦਾ ਕੀ ਅਰਥ ਹੈ। ਸਾਡੇ ਇਤਿਹਾਸ ਦੇ ਅਨੇਕਾਂ ਹੀ ਐਸੇ ਵਾਕਿਏ ਹਨ ਜਿਨ੍ਹਾਂ ਰਾਹੀਂ ਰਾਜੇ ਪ੍ਰਭਾਵਿਤ ਵੀ ਹੁੰਦੇ ਰਹੇ ਤੇ ਕਈ ਭਰਮ ਮਾਰੇ ਵੱਧਦੀ ਤਾਕਤ ਦੇਖ ਕ੍ਰੋਧਿਤ ਵੀ ਹੁੰਦੇ ਰਹੇ। ਸੋ ਗੁਰਮਤਿ ਦੀ ਰੋਸ਼ਨੀ ਵਿੱਚ ਭਗਤੀ ਦਾ ਅਰਥ ਹੀ ਇਹ ਹੈ ਕਿ ਆਪ ਸੁਚੇਤ ਹੋਣਾ ਤੇ ਪ੍ਰਜਾ ਨੂੰ ਆਪਣੇ ਫਰਜ਼ਾਂ ਤੇ ਹੱਕਾਂ ਲਈ ਜਾਗਰੂਕ ਕਰਨਾ। ਮਾਲਾ, ਭੋਰੇ ਤੇ ਫੋਕੀਆਂ ਸਿਮਰਨ ਵਿਧੀਆਂ ਕਦੀ ਇਨਕਲਾਬ ਨਹੀਂ ਲਿਆ ਸਕਦੀਆਂ। ਭਗਤੀ ਦਾ ਦੂਜਾ ਗੁਣ ਉਦਮਸ਼ੀਲ ਹੋਣਾ ਹੈ। ਵਿਹਲੜ ਧਾੜਾਂ ਕਦੀ ਇਸ ਤਰ੍ਹਾਂ ਦੀ ਭਗਤੀ ਪ੍ਰਵਾਨ ਨਹੀਂ ਕਰਦੀਆਂ, ਸਗੋਂ ਇਸ ਦਾ ਵਿਰੋਧ ਕਰਦੀਆਂ ਹਨ ਤੇ ਲੋਕਾਂ ਨੂੰ ਕਮਲੇ ਬੋਲੇ ਬਣਾਉਂਦੀਆਂ ਹਨ। ਇੱਥੇ ਇਹ ਵੀ ਧਿਆਨ ਗੋਚਰਾ ਹੈ ਕਿ ਸੈਣ ਜੀ ਕੋਈ ਸਿਰ ਮੁੰਨਣ ਦਾ ਧੰਦਾ ਨਹੀਂ ਕਰਦੇ ਸਨ। ਰਾਜੇ ਦੇ ਦਰਬਾਰ ਕੋਈ ਖਾਸ ਕੰਮ ਹੀ ਕਰਦੇ ਹੋਣਗੇ, ਕਿਸੇ ਮਾੜੇ ਮੋਟੇ ਕੰਮ ਤੇ ਨਹੀਂ। ਫਿਰ ਉਹ ਰਾਜਾ ਵੀ ਕਿੰਨਾ ਚੰਗਾ ਹੋਏਗਾ ਜਿਹੜਾ ਪ੍ਰਜਾ ਦੀ ਜਾਗਰੂਕਤਾ ਲਈ ਕੰਮ ਕਰਨ ਵਾਲੇ ਨੂੰ ਸਤਿਕਾਰਦਾ ਹੈ। ਨਹੀਂ ਤਾਂ ਬਹੁਤੇ ਆਗੂ ਤਾਂ ਹਨੇਰਗਰਦੀ ਫੈਲਾ ਕੇ ਲੁੱਟ-ਖਸੁੱਟ ਕਰਨ ਵਿੱਚ ਹੀ ਰੁੱਝੇ ਰਹਿੰਦੇ ਹਨ। ਜਾਗਰੂਕਤਾ ਦੀ ਗੱਲ ਕਰਨ ਵਾਲਾ ਤਾਂ ਰੋਲ ਦਿੱਤਾ ਜਾਂਦਾ ਹੈ। ਹਨੇਰਾ ਪਸੰਦ ਉੱਲੂ ਆਗੂਆਂ ਤੇ ਲੋਕਾਂ ਦੇ ਪ੍ਰਤੀ ਤਾਂ ਗੁਰਬਾਣੀ ਦਾ ਮੁੱਖ ਵਾਕ ਹੈ, ਅੰਧਾ ਆਗੂ ਜੇਥੀ ਹੈ ਕਿਉਂ ਪਾਦਰ ਜਾਣੈ, ਆਪ ਮੁਸੈ ਮਤ ਹੋਸ਼ੀ ਹੈ ਕਿਉਂ ਰਾਹ ਪਛਾਣੈ। ਪੰਨਾ 767। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ